ਜੈ ਮਸੀਹ ਦੀ ਭੈਣੋ ਤੇ ਭਰਾਵੋ, ਗॉड ਬlesਸ ਯੂ ਸਾਰਿਆਂ ਨੂੰ। God bless you abundantly, brothers and sisters, today. ਪ੍ਰਭੂ ਦੇ ਭੈਣੋ, ਅੱਜ ਜਿਹੜਾ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ, ਮੈਂ ਵਿਸ਼ਵਾਸ ਕਰਦਾ ਹੈਗਾ ਕਿ ਇਹ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤ ਲੈ ਕੇ ਆਵੇਗਾ। And today, the word that I'm about to share with you, I believe that is going to bring blessings in your life. ਪ੍ਰਭੂ ਦੇ ਭੈਣੋ, ਕੀ ਤੁਸੀਂ ਜਾਣਦੇ ਹੈਗੇ ਹੋ ਕਿ ਚਰਚ ਦਾ ਕੀ ਮਤਲਬ ਹੈ, ਇਕਲੀਸੀਆ ਦਾ ਕੀ ਮਤਲਬ ਹੈ? Brothers and sisters, do you actually really know what does church means? ਜਿਹੜਾ ਵਚਨ ਇਕਲੀਸੀਆ ਹੈ, ਉਹਦਾ ਮਤਲਬ ਆ ਅਲੱਗ ਕੀਤੇ ਗਏ ਲੋਕ। The church means the people who have been separated. ਕਈ ਟ੍ਰਾਂਸਲੇਸ਼ਨ ਵਿੱਚ ਲਿਖਿਆ ਆ ਉਹ ਲੋਕ ਜਿਹੜੇ ਇੱਕ ਖਾਸ ਮਕਸਦ ਦੇ ਵਾਸਤੇ ਸੱਦੇ ਗਏ ਨੇ। And in some translations, we can see it actually says those people who has been called for a special purpose. ਐਸੇ ਲੋਕ ਜਿਨ੍ਹਾਂ ਉੱਤੇ ਬੁਲਾਵਾ ਆ ਕੋਈ ਖਾਸ ਕੰਮ ਕਰਨ ਦਾ। And those people who have a calling on them to do something special. ਪ੍ਰਭੂ ਦੇ ਭੈਣੋ, ਪਵਿੱਤਰ ਆਤਮਾ ਨੇ ਮੇਰੇ ਦਿਲ ਦੇ ਵਿੱਚ ਅੱਜ ਇੱਕ ਐਸੀ ਗੱਲ ਪਾਈ ਆ, ਐਸਾ ਟੌਪਿਕ ਪਾਇਆ, ਟਾਈਟਲ ਪਾਇਆ ਆ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਆ, ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਬੁਲਾਵਾ ਕੀ ਚੀਜ਼ ਹੁੰਦਾ ਆ, ਕਾਲਿੰਗ ਕੀ ਚੀਜ਼ ਹੁੰਦੀ ਆ, ਤਾਂ ਕਿ ਤੁਸੀਂ ਇਹਨੂੰ ਸਮਝ ਸਕੋ ਤੇ ਧੋਖੇ 'ਚ ਨਾ ਰਹਿ ਜਾਓ ਤੇ ਪਰਮੇਸ਼ਵਰ ਦੇ ਬੁਲਾਵੇ ਦੇ ਮੁਤਾਬਿਕ ਜ਼ਿੰਦਗੀ ਬਤੀਤ ਕਰ ਸਕੋ। And today, God has put something in my heart that I want to share with you, that what is the calling, that you should know exactly and clearly what the calling is, so you are not in doubtful in any situation. ਬਾਈਬਲ ਵਿੱਚ ਪ੍ਰਭੂ ਦੇ ਭੈਣੋ, ਪਰਮੇਸ਼ਵਰ ਨੇ ਬਹੁਤ ਦਫਾ ਲੋਕਾਂ ਨੂੰ ਖਾਸ ਮਕਸਦ ਦੇ ਵਾਸਤੇ, ਖਾਸ ਪਰਪਸ ਦੇ ਵਾਸਤੇ ਬੁਲਾਇਆ ਹੈਗਾ। And in the Bible, we see that a lot of people has been called for a special purpose. ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਲੈ ਲਓ ਵੀ ਪੌਲੂਸ ਜਿਹੜਾ ਸੀਗਾ, ਉਹ ਵੀ ਪਰਮੇਸ਼ਰ ਨੇ ਸੱਦਿਆ ਹੋਇਆ ਸੀਗਾ, ਉਹਨੂੰ ਉਹਦੇ ਤੇ ਬੁਲਾਵਾ ਸੀ ਤੇ ਉਹਨੂੰ ਖਾਸ ਮਕਸਦ ਦੇ ਵਾਸਤੇ ਪੌਲੂਸ ਨੂੰ ਪਰਮੇਸ਼ਰ ਨੇ ਸੱਦਿਆ ਸੀਗਾ। And you can see that Paul has a special purpose. We see that God has called him for a very special purpose. ਪਰਮੇਸ਼ਰ ਵਚਨ ਖੋਲਾਂਗੇ, ਰੋਮਨ ਚੈਪਟਰ 1 ਵਰਸ 1 ਪੜਾਂਗੇ। And we're going to open the word of God. We're going to read the book of Romans chapter 1 verse 1. ਆਓ ਦੇਖੀਏ। Let's see in Punjabi first. Romans 1:1. ਹਾਂਜੀ। ਯਿਸੂ ਮਸੀਹ ਦੇ ਦਾਸ ਪੌਲੁਸ ਵੱਲੋਂ, ਜੋ ਪਰਮੇਸ਼ਰ ਦੇ ਦੁਆਰਾ ਉਸ ਦਾ ਸੰਦੇਸ਼ਵਾਹਕ ਹੋਣ ਦੇ ਲਈ ਚੁਣਿਆ ਗਿਆ ਅਤੇ ਸ਼ੁਭ ਸਮਾਚਾਰ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਗਿਆ। ਵਾਓ। Amen. ਚੁਣਿਆ ਗਿਆ, ਨਿਯੁਕਤ ਕੀਤਾ ਗਿਆ। He was set apart for the gospel of God. He was chosen. He was called for that purpose. ਪ੍ਰਭੂ ਦੇ ਭੈਣੋ, ਪਰਮੇਸ਼ਰ ਆਪਣੇ ਲੋਕਾਂ ਨੂੰ ਪਹਿਲਾਂ ਚੁਣਦਾ ਆ, ਫਿਰ ਪਰਮੇਸ਼ਰ ਆਪਣੇ ਲੋਕਾਂ ਨੂੰ ਨਿਯੁਕਤ ਕਰਦਾ ਆ, ਫਿਰ ਪਰਮੇਸ਼ਰ ਆਪਣੇ ਲੋਕਾਂ ਨੂੰ ਤਿਆਰ ਕਰਦਾ ਆ, ਫਿਰ ਪਰਮੇਸ਼ਰ ਆਪਣੇ ਲੋਕਾਂ ਨੂੰ ਭੇਜਦਾ ਆ। First, brothers and sisters, God choose the people and then they prepare him, and then there's the calling on them, then he send them for that purpose. ਪੜਾਂਗੇ ਆਪਾਂ 1 Corinthians chapter 1 verse 1। And we're also going to read from the book of 1 Corinthians chapter 1 verse 1 as well. 1 Corinthians 1:1 in Punjabi. ਹਾਂਜੀ। ਪੌਲੁਸ, ਜੋ ਪਰਮੇਸ਼ਰ ਦੀ ਇੱਛਾ ਨਾਲ ਯਿਸੂ ਮਸੀਹ ਦਾ ਸੰਦੇਸ਼ਵਾਹਕ ਹੋਣ ਦੇ ਲਈ ਚੁਣਿਆ ਗਿਆ ਅਤੇ ਭਰਾ ਸੋਸਥੇਨੇਸ, ਪਰਮੇਸ਼ਰ ਵਚਨ ਕਹਿੰਦਾ ਕਿ ਪੌਲੁਸ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਿਕ, ਪਰਮੇਸ਼ਰ ਦੀ ਇੱਛਾ ਦੇ ਮੁਤਾਬਿਕ ਚੁਣਿਆ ਗਿਆ ਪ੍ਰਭੂ ਯਿਸੂ ਮਸੀਹ ਜੀ ਦਾ ਸੰਦੇਸ਼ ਸੁਣਾਉਣ ਦੇ ਵਾਸਤੇ। And it says this Paul called to be an apostle of Christ Jesus by the will of God. ਸੋ ਪ੍ਰਭੂ ਦੇ ਭੈਣੋ, ਜਿਸ ਤਰ੍ਹਾਂ ਨਵੇਂ ਨੇਮ ਦੇ ਵਿੱਚ ਪਰਮੇਸ਼ਰ ਲੋਕਾਂ ਨੂੰ ਚੁਣ ਲੈਂਦਾ ਆ, ਲੋਕਾਂ ਨੂੰ ਨਿਯੁਕਤ ਕਰਦਾ ਆ, ਲੋਕਾਂ ਨੂੰ ਪ੍ਰਪੇਅਰ ਕਰਦਾ ਆ, ਲੋਕਾਂ ਨੂੰ ਅਨੋਇੰਟ ਕਰਕੇ ਭੇਜਦਾ ਆ, ਉਸੀ ਤਰ੍ਹਾਂ ਇਕਲੀਸੀਆ ਦੇ ਵਿੱਚ ਉਹ ਸਾਰੇ ਲੋਕ ਜਿਨ੍ਹਾਂ ਨੇ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਮੁਕਤੀ ਦਾਤਾ ਸਵੀਕਾਰ ਕਰ ਲਿਆ ਆ, ਉਹਨਾਂ ਦੇ ਜੀਵਨ ਦੇ ਉੱਤੇ ਵੀ ਬੁਲਾਵਾ ਆ।
And just the way God first called them, then prepare them, then anoint them, and then send them for the work, for the purpose, the same way all those people who have accepted Lord Jesus in their heart, those people also have a calling on them. ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਵੀ ਚੁਣੇ ਗਏ ਲੋਕ ਹੈਗੇ ਹੋ ਕਿ ਤੁਸੀਂ ਜੀ। ਜਾਣਦੇ ਹੋ ਕਿ ਤੁਹਾਡੇ ਉੱਤੇ ਬੁਲਾਵਾ ਹੈ ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਦਿਲ ਦੇ ਦਿੱਤਾ ਹੈ Do you know that you are also chosen people? You have a calling on you, and because you have given your heart to Lord Jesus already. ਅਸੀਂ ਛੋਟੇ ਛੋਟੇ ਹੁੰਦੇ ਸੀਗੇ When we were little, ਅੰਬਾਲੇ ਦੇ ਵਿੱਚ ਰਹਿੰਦੇ ਹੁੰਦੇ ਸੀਗੇ we used to live in Ambala, ਤੇ ਉੱਥੇ ਗਾਰਡਨ ਦੇ ਵਿੱਚ ਰੋਜ਼ ਲੱਗੇ ਹੁੰਦੇ ਸੀਗੇ And there used to be a lot of- ਰੋਜ਼ਾਂ ਦੇ ਫੁੱਲ ਲੱਗੇ ਹੁੰਦੇ ਸੀਗੇ there used to be a lot of roses, plants of roses in the garden. ਜਿਹੜੇ ਰੋਜ਼ ਹੈਗੇ ਨੇ ਨਾਰਮਲੀ ਉਹ ਰੈੱਡ ਪਿੰਕ ਕਲਰ ਦੇ ਹੁੰਦੇ ਹੈਗੇ ਨੇ And mainly they're like a red or pink colored roses, the common one. ਡੈਡੀ ਨੇ ਕੀ ਕੀਤਾ ਇੱਕ ਵਾਰ ਲਿਆ ਕੇ ਇੱਕ ਤੀਲੀ ਰੋਜ਼ ਦੇ ਟਾਣੀ ਇੱਕ ਉਹਦੇ ਜਿਹੜਾ ਰੋਜ਼ ਲੱਗਿਆ ਹੋਇਆ ਸੀਗਾ ਉਹਦੇ ਨਾਲ ਕੱਟ ਕੇ ਉਹਦੇ ਉੱਤੇ ਵਿੱਚ ਲਾ ਦਿੱਤੀ ਕੋਈ ਬਾਹਰੋਂ ਲਿਆ ਕੇ ਨਾਲ ਲਾ ਦਿੱਤੀ ਤੇ ਉਹਦੇ ਉੱਤੇ ਉਹਨਾਂ ਨੇ ਕੋਈ ਪਲਾਸਟਿਕ ਦੀ ਕੋਈ ਚੀਜ਼ ਲਪੇਟ ਦਿੱਤੀ ਤੇ ਕੁਛ ਚਿਰ ਤੋਂ ਬਾਅਦ ਉਹਨੂੰ ਕਾਲਾ ਰੋਜ਼ ਲੱਗਿਆ ਸੀਗਾ And my dad, what he did was he cut a little piece of branch of one color of rose, and then he brought it home, and then he cut it and put it together with the other color of rose, and he taped it together and put it together, and then the new color of rose, the black rose, grew out of it. ਇੱਕੋ ਹੀ ਰੋਜ਼ ਦਾ ਦਰਖਤ ਫੁੱਲਾਂ ਦਾ ਦਰਖਤ ਜਿਹੜਾ ਸੀਗਾ And there was ਉਹਦੇ only ਇੱਕ one ਪਾਸੇ rose ਲਾਲ plant. ਰੰਗ ਦੇ ਲੱਗੇ ਹੋਏ ਦੂਸਰੇ ਪਾਸੇ ਕਾਲੇ ਰੰਗ ਦੇ ਲੱਗੇ ਹੋਏ And there was just one rose plant. On one side of the branch, there was red roses. On the other side of the branch, there were black roses. ਜਿਸ ਦਿਨ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਕਲੀਸਿਆ ਦੇ ਵਿੱਚ ਲੱਗ ਜਾਓ ਜੁੜ ਜਾਓ ਉਦੋਂ ਤੋਂ ਲੈ ਕੇ ਬਾਅਦ ਤੱਕ ਆਖਰ ਤੱਕ ਤੁਹਾਡੀ ਜ਼ਿੰਦਗੀ 'ਚ ਸਿਰਫ ਪਰਮੇਸ਼ਵਰ ਦੀ ਮਰਜ਼ੀ ਤੇ ਪਰਮੇਸ਼ਵਰ ਦਾ ਮਕਸਦ ਹੀ ਪੂਰਾ ਹੋਵੇਗਾ The day you decide to follow and go into your calling and follow Lord Jesus, from that day till the end, everything will be fulfilled in your life, what is the plan of God in your life. ਉਦੋਂ ਤੱਕ ਤਾਂ ਤੁਹਾਡੀ ਗੁੱਡ ਲੱਕ ਬੈਡ ਲੱਕ ਸੀ ਤੁਹਾਡੀ ਜਿਹੜੀ ਲੱਕ ਹੈਗੀ ਆ ਤੁਹਾਡਾ ਜਿਹੜਾ ਫਿਊਚਰ ਹੈਗਾ ਤੁਹਾਡਾ ਜਿਹੜਾ ਭਵਿੱਖ ਹੈਗਾ ਆ ਇਹ ਦੁਨੀਆ ਤੋਂ ਆਉਂਦਾ ਸੀ ਲੇਕਿਨ ਉਦੋਂ ਤੋਂ ਬਾਅਦ ਜਿੱਦਾਂ ਤੁਸੀਂ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰ ਲਿਆ ਉਦੋਂ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਜੇ ਕੋਈ ਚੀਜ਼ ਪੂਰੀ ਹੋਵੇਗੀ ਉਹ ਸਿਰਫ ਪਰਮੇਸ਼ਵਰ ਦਾ ਮਕਸਦ ਪੂਰਾ ਹੋਵੇਗਾ ਉਦੋਂ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਉੱਤੇ ਇੱਕ ਬੁਲਾਵਾ ਆ ਇੱਕ ਪਰਪਸ ਆ ਇੱਕ ਕਾਲਿੰਗ ਆ ਇੱਕ ਖਾਸ ਮਸਾ ਆ ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਐਕਲੇਸੀਆ ਦੇ ਚਰਚ ਦਾ ਹਿੱਸਾ ਬਣ ਗਏ ਹੋ And before you were yes in the world, but the day you gave your heart to Lord Jesus, and now from that day onwards you have a purpose on your life, your calling, there's a special anointing on you, and you are a special person of the Church of Christ. ਜਿਸ ਤਰ੍ਹਾਂ ਨਵੇਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਲਹੂ ਦੇ ਨਾਲ ਸਾਨੂੰ ਧੋ ਕੇ ਸਲੀਬ ਤੇ ਆਪਣੀ ਜਾਨ ਦੇ ਕੇ ਪਵਿੱਤਰ ਆਤਮਾ ਦੇ ਨਾਲ ਸਾਨੂੰ ਬੁਲਾ ਲਿਆ ਆ ਉਸੇ ਤਰ੍ਹਾਂ ਪੁਰਾਣੇ ਨਿਯਮ ਦੇ ਵਿੱਚ ਵੀ ਲੋਕ ਬੁਲਾਏ ਗਏ ਸੀਗੇ And just like in the New Testament, when we are cleansed with the blood of Jesus and the Holy Spirit in us, and in the Old Testament, we also see there were people who were called as well. ਪੜਾਂਗੇ ਆਪਾਂ ਇਬਰਾਨੀਆਂ ਦੀ ਕਿਤਾਬ 5ਵੇਂ ਚੈਪਟਰ ਦਾ 4ਥਾ ਵਰਸ ਦੇਖਾਂਗੇ ਜੀ And we're going to read in the book of Hebrews, chapter 5, and verse 4 we're going to read. ਪੰਜਾਬੀ ਦੇ ਵਿੱਚ ਦੇਖਾਂਗੇ We're going to read in Punjabi first. Hebrews chapter 5 verse 4. ਹਾਂਜੀ ਜੀ ਹਾਂ ਇਸ ਮਾਣਯੋਗ ਪਦਵੀ ਤੇ ਕੋਈ ਆਪਣੇ ਆਪ ਹੀ ਨਹੀਂ ਪਹੁੰਚ ਜਾਂਦਾ ਇਹ ਤਾਂ ਕੇਵਲ ਪਰਮੇਸ਼ਰ ਹੀ ਹੈ ਜੋ ਕਿਸੇ ਨੂੰ ਚੁਣਦਾ ਹੈ ਜਿਸ ਤਰ੍ਹਾਂ ਉਸਨੇ ਹਾਰੂਨ ਨੂੰ ਚੁਣਿਆ ਸੀ ਇਸ ਮਾਣਯੋਗ ਪਦਵੀ ਤੇ ਤੁਸੀਂ ਇੱਕ ਐਸੀ ਮਾਣਯੋਗ ਪਦਵੀ ਤੇ ਚੁਣੇ ਗਏ ਹੋ ਆਪੇ ਨਹੀਂ ਕੋਈ ਬੰਦਾ ਪਹੁੰਚ ਜਾਂਦਾ
ਕੋਈ ਪੜ੍ਹਾਈ ਲਿਖਾਈ ਕੋਈ ਡਿਗਰੀਆਂ ਡੁਗਰੀਆਂ ਨਹੀਂ ਤੁਹਾਨੂੰ ਪਹੁੰਚਾਉਂਦੀਆਂ। ਪਰਮੇਸ਼ਰ ਆਪਣੇ ਮਸਾ ਦੇ ਨਾਲ ਪਰਮੇਸ਼ਰ ਚੁਣਦਾ ਆ ਤੁਹਾਨੂੰ, ਪਰਮੇਸ਼ਰ ਨਿਯੁਕਤ ਕਰਦਾ ਆ ਤੁਹਾਨੂੰ, ਅਨੋਇੰਟ ਕਰਦਾ ਆ ਤੁਹਾਨੂੰ ਤੇ ਤੁਹਾਨੂੰ ਇਸ ਪਦਵੀ ਤੇ ਖੜਾ ਕਰਦਾ ਹੈ। And it says, and no one takes this honor on himself, but he receives it when called by God. Nobody can get this honor by themselves. Nobody can get this honor by education or by degrees or anything. No, but it's Lord himself that appoints you to that particular honor. ਕੀ ਅੰਦਾਜ਼ਾ ਵੀ ਹੈ ਤੁਹਾਨੂੰ ਵੀ ਕਿੰਨੀ ਮਾਣ ਵਾਲੇ ਥਾਂ ਤੇ ਪਰਮੇਸ਼ਰ ਨੇ ਤੁਹਾਨੂੰ ਖੜਾ ਕੀਤਾ ਹੈ? Do you have any idea what kind of honorable place that God has point you at? ਦੂਤਾਂ ਨੂੰ ਵੀ ਨਹੀਂ ਇਹ ਥਾਂ ਮਿਲਿਆ। Even angels don't have that space. ਗਿਆਨੀਆਂ ਨੂੰ ਵੀ ਇਹ ਥਾਂ ਨਹੀਂ ਮਿਲਿਆ। All the wise people, they don't even have that ਬੜੇ privilege. ਪੜ੍ਹੇ ਲਿਖਿਆਂ ਨੂੰ, ਬੜੇ ਨੌਲੇਜ ਵਾਲਿਆਂ ਨੂੰ, ਬੜੇ ਪੈਸੇ ਵਾਲਿਆਂ ਨੂੰ, ਬੜੇ ਨਾਮ ਵਾਲਿਆਂ ਨੂੰ ਵੀ ਇਹ ਥਾਂ ਨਹੀਂ ਮਿਲਿਆ। The people with education, degrees and fame and money, they don't even have that privilege. ਸਿਰਫ ਤੁਹਾਡੇ ਵਰਗੇ ਲੋਕ ਤੇ ਮੇਰੇ ਵਰਗੇ ਲੋਕ ਜਿਹੜੇ ਕਮਜ਼ੋਰ ਲੋਕ ਸੀਗੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਧੋ ਕੇ ਪਵਿੱਤਰ ਆਤਮਾ ਨਾਲ ਭਰ ਕੇ ਪਰਮੇਸ਼ਰ ਨੇ ਇਸ ਮਾਣਯੋਗ ਪਦਵੀ ਤੇ ਖੜਾ ਕੀਤਾ ਹੈ। Only people like you and me, those people, weak people like us, has been cleansed with the blood of Jesus Christ and the Holy Spirit in us. He has put us in this honorable place. ਜ਼ਬਰਦਸਤ ਪ੍ਰਭੂ ਜੀ ਭੈਣੋ। This is so powerful, brothers and sisters. Hallelujah. ਕੂਚ ਦੀ ਕਿਤਾਬ ਦੇਖਾਂਗੇ, ਉਹਦਾ 28ਵਾਂ ਚੈਪਟਰ ਦੇਖਾਂਗੇ ਤੇ ਪਹਿਲਾ ਵਰਸ ਪੜਾਂਗੇ। ਐਕਸੋਡਸ 28:1। We're going to read in the Old Testament book of Exodus. We're going to read chapter 28 verse 1. We're going to read Exodus 28 verse 1. Hanji. ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ। God has called you. ਤੁਹਾਨੂੰ ਚੁਣਿਆ ਹੈ ਖਾਸ ਮਕਸਦ ਦੇ ਵਾਸਤੇ। And he has chosen you for a very special purpose. ਤੇ ਜੇ ਉਹ ਖਾਸ ਮਕਸਦ ਤੁਸੀਂ ਪੂਰਾ ਨਹੀਂ ਨਾ ਕੀਤਾ, ਕੋਈ ਵੀ ਉਹਨੂੰ ਪੂਰਾ ਨਹੀਂ ਕਰ ਸਕੇਗਾ, ਇਹ ਅਧੂਰਾ ਹੀ ਰਹਿ ਜਾਏਗਾ। If you don't fulfill that special purpose that God has on your life, then nobody else is going to do it. It's going to stay incomplete because it's your purpose. ਐ ਨਹੀਂਗਾ ਬਈ ਕੋਈ ਨਹੀਂ, ਜੇ ਮੈਂ ਨਹੀਂ ਕਰੂ ਪ੍ਰਭੂ ਕਿਸੇ ਆਪੇ ਕਿਸੇ ਹੋਰ ਨੂੰ ਅਨੌਇੰਟ ਕਰਕੇ ਯੂਜ਼ ਕਰੂਗਾ। ਨਹੀਂ 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 ਨਹੀਂ, ਜਿਹੜਾ ਕੰਮ ਤੁਸੀਂ ਕਰਨਾ, ਜਿਹੜਾ ਕੰਮ ਤੁਹਾਡੇ ਰੂਹ ਦੇ ਵਿੱਚ ਲਿਖਿਆ ਹੋਇਆ ਆ, ਉਹ ਤੁਸੀਂ ਹੀ ਕਰ ਸਕਦੇ ਹੋ, ਹੋਰ ਕੋਈ ਨਹੀਂ ਕਰ ਸਕਦਾ। And it's not like, oh, because this particular work you didn't do it, God was going to make somebody else do it. No, this particular work is only for you, considered for you. You have to do it. So it's your purpose that you have to fulfill. ਜਦੋਂ ਕੋਈ ਬੰਦਾ ਇਸ ਕਾਲਿੰਗ ਨੂੰ, ਇਸ ਬੁਲਾਵੇ ਨੂੰ ਐਕਨੋਲੇਜ ਕਰ ਲੈਂਦਾ ਤੇ ਫਿਰ ਸਰੈਂਡਰ ਕਰ ਦਿੰਦਾ ਆਪਣਾ ਆਪ, ਉਦੋਂ ਉਹ ਬੰਦਾ ਪਰਮੇਸ਼ਰ ਦੇ ਮਕਸਦ ਨੂੰ ਪੂਰਾ ਕਰਨ ਵਾਸਤੇ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਦਾ। And when somebody has that calling, that purpose on his life, and that person acknowledges it and surrender himself completely to the Lord, and that's when that purpose starts getting fulfilled. ਆਓ ਪੜਾਂਗੇ ਕੂਚ ਦੀ ਕਿਤਾਬ 28 ਦਾ ਪਹਿਲਾ। We're going to read now book of Exodus chapter 28 verse 1. Hanji. ਤੂੰ ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨਾਦਾਬ, ਅਬੀਹੂ, ਅਲਅਜ਼ਰ ਅਤੇ ਈਥਾਮਾਰ ਨੂੰ ਇਜ਼ਰਾਈਲੀ ਲੋਕਾਂ ਵਿੱਚੋਂ ਵੱਖ ਕਰ ਕਿ ਉਹ ਮੇਰੇ ਲਈ ਪ੍ਰੋਹਤਾਈ ਦੀ ਸੇਵਾ ਕਰਨ। ਇਹ ਪ੍ਰੋਹਿਤ ਸੀਗੇ, ਪ੍ਰੋਫਿਟ ਸੀਗੇ ਪੁਰਾਣੇ ਨੇਮ ਦੇ ਵਿੱਚ, ਜਿਹੜੇ ਪਰਮੇਸ਼ਰ ਨੇ ਅਲੱਗ ਕੀਤੇ ਹੋਏ ਸੀਗੇ, ਚੁਣੇ ਹੋਏ ਸੀ, ਨਿਯੁਕਤ ਕੀਤੇ ਹੋਏ ਸੀ, ਸੈਪਰੇਟ ਕੀਤੇ ਗਏ ਸੀਗੇ ਦੁਨੀਆ ਤੋਂ ਤੇ ਦੁਨੀਆ ਦੀਆਂ ਚੀਜ਼ਾਂ ਤੋਂ, ਜਿਸ ਤਰ੍ਹਾਂ ਐਕਲੇਸੀਆ ਚਰਚ ਕੀਤਾ ਗਿਆ ਹੈ। And those were the prophets that they were anointed, they was chosen, they were appointed, and they were separated from the world and from worldly things, just like the church of Christ has been appointed and chosen from this whole world. ਉਹਨਾਂ ਦੇ ਵਾਸਤੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਸੀ ਜਿਹੜੀਆਂ ਉਹ ਖਾ ਨਹੀਂ ਸਕਦੇ ਸੀਗੇ, ਜਿਹੜੀਆਂ ਉਹ ਪੀ ਨਹੀਂ ਸਕਦੇ ਸੀਗੇ, ਜਿਹੜੀਆਂ ਉਹ ਦੇਖ ਨਹੀਂ ਸਕਦੇ ਸੀਗੇ, ਜਿਹੜੀਆਂ ਉਹ ਸੁਣ ਨਹੀਂ ਸਕਦੇ ਸੀਗੇ, ਜਿਹੜੀਆਂ ਉਹ ਛੂ ਨਹੀਂ ਸਕਦੇ ਸੀ, ਜਿਹੜੇ ਥਾਵਾਂ ਤੇ ਉਹ ਜਾ ਨਹੀਂ ਸਕਦੇ ਸੀ। And for them, there were a lot of things that they could not drink, they could not eat, they could not touch, they could not see, and even there were places that they weren't allowed to go to.
ਆਪਾਂ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਤੇ ਪਾਕ ਲਹੂ ਦੇ ਨਾਲ ਧੋਤੇ ਗਏ ਆ ਤੇ ਚੁਣੇ ਗਏ ਆ ਤੇ ਸਿਲੈਕਟ ਕੀਤੇ ਗਏ ਆ ਤੇ ਇਲੈਕਟ ਕੀਤੇ ਗਏ ਆ, ਤੁਸੀਂ ਸੋਚਦੇ ਹੋ ਕਿ ਆਪਾਂ ਸਭ ਕੁਝ ਕਰ ਸਕਦੇ ਹਾਂ ਜੋ ਦੁਨੀਆ 'ਚ ਹੋ ਰਿਹਾ ਹੈ? And we have been washed with the holy blood of Lord Jesus Christ, and we've been cleansed and anointed, and you think we can do anything whatever we want? ਨਹੀਂ, No, no. ਚਰਚ ਦਾ ਮਤਲਬ ਆ ਅਲੱਗ ਕੀਤੇ ਗਏ ਲੋਕ। The church means people who has been separated. ਜਰਮਾਇਆ ਦੀ ਕਿਤਾਬ ਦੇ ਵਿੱਚ ਪਹਿਲਾ ਚੈਪਟਰ ਖੋਲਾਂਗੇ। We're going to see in the book of Jeremiah, chapter 1. ਇਸ ਦੇ ਵਿੱਚ ਚੌਥਾ ਤੇ ਪੰਜਵਾਂ ਵਰਸ ਪੜਾਂਗੇ ਆਪਾਂ। We're going to read verses 4 and 5 in here. ਪੁਰਾਣੇ ਨਿਯਮ ਦੇ ਵਿੱਚ ਜਦੋਂ ਵੀ ਕੋਈ ਬੰਦਾ ਪ੍ਰਭੂ ਯਿਸੂ ਮਸੀਹ ਜਾਂ ਪਰਮੇਸ਼ਵਰ ਦੀ ਕਾਲਿੰਗ ਨੂੰ ਪਹਿਚਾਨਦਾ ਆ ਤੇ ਫਿਰ ਸਰੈਂਡਰ ਕਰ ਦਿੰਦਾ ਆ ਆਪਣਾ ਆਪ, ਉਹ ਤੋਂ ਬਾਅਦ ਹੀ ਉਹ ਪਰਮੇਸ਼ਵਰ ਦਾ ਮਕਸਦ ਪੂਰਾ ਕਰ ਸਕਦਾ ਆ, ਨਹੀਂ ਕਰ ਸਕਦਾ। In the Old Testament, we see that when the person recognizes it, acknowledges it, that he has a anointing and the calling on him, and at that time he surrender himself, then only he can fulfill the purpose of the Lord on his life. Jeremiah chapter 1 verse 4 and 5 ਜੀ ਹਾਂ। We're going to read book of Jeremiah chapter 1 4 and 5 in Punjabi। ਹਾਂਜੀ। ਪ੍ਰਭੂ ਨੇ ਮੈਨੂੰ ਕਿਹਾ, ਤੇਰੇ ਮਾਂ ਦੀ ਕੁੱਖ ਵਿੱਚ ਘੱਲਣ ਤੋਂ ਪਹਿਲਾਂ ਹੀ ਮੈਂ ਤੈਨੂੰ ਚੁਣ ਲਿਆ ਸੀ ਅਤੇ ਤੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੈਂ ਤੈਨੂੰ ਕੌਮਾਂ ਦੇ ਲਈ ਨਬੀ ਨਿਯੁਕਤ ਕੀਤਾ ਸੀ। ਜ਼ਬਰਦਸਤ ਪ੍ਰਭੂ ਦੀ ਭੈਣੋ। Hallelujah. And powerful. Isaiah chapter 49 verse 1 ਦੇਖਾਂਗੇ। Isaiah 49:1 we're going to see as well. ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਉੱਤੇ ਬੁਲਾਵਾ ਹੈ, ਕਿ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੋਇਆ ਹੈ, ਕਿ ਕਿੰਨਾ ਜ਼ਰੂਰੀ ਹੈ ਤੁਹਾਡੇ ਵਾਸਤੇ ਦੁਨੀਆ ਤੇ ਦੁਨੀਆ ਦੀਆਂ ਚੀਜ਼ਾਂ ਤੋਂ ਦੂਰ ਹੋਣਾ, ਅਲੱਗ ਹੋਣਾ? Do you realize, do you recognize that you have a calling in you? Do you know how important it is for you to separate yourself from the world and worldly desires? ਆਓ ਪੜਾਂਗੇ Isaiah 49:1। And we're going to read Isaiah chapter 49 verse 1. ਹਾਂਜੀ। ਹੇ ਦੂਰ ਦਿਓ ਕੌਮਾਂ ਦੇ ਲੋਕੋ, ਤੁਸੀਂ ਮੇਰੀ ਸੁਣੋ। ਮੇਰੇ ਜਨਮ ਤੋਂ ਪਹਿਲਾਂ ਹੀ ਪ੍ਰਭੂ ਨੇ ਮੈਨੂੰ ਚੁਣਿਆ ਅਤੇ ਮੈਨੂੰ ਆਪਣਾ ਦਾਸ ਨਿਯੁਕਤ ਕੀਤਾ ਸੀ। ਜਾਣੀ ਕਿ ਜੇ ਤੁਸੀਂ ਅੱਜ ਪ੍ਰਭੂ ਯਿਸੂ ਮਸੀਹ ਵਿੱਚੋਂ, ਐਕਲੀਸੀਆ ਦੇ ਵਿੱਚੋਂ, ਤੁਹਾਨੂੰ ਨਹੀਂ ਪਤਾ, ਤੁਹਾਨੂੰ ਅੰਦਾਜ਼ਾ ਤੱਕ ਨਹੀਂਗਾ ਕਿ ਤੁਹਾਡੇ ਜਨਮ ਤੋਂ ਪਹਿਲਾਂ ਹੀ ਤੁਹਾਡੀ ਮਾਂ ਦੇ ਕੁੱਖ ਤੋਂ ਹੀ ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਸੀ। If now you are in Lord Jesus Christ at this point, you have no idea that Lord has been already chosen you from the womb of your mother. ਪਰਮੇਸ਼ਰ ਨੇ ਤਾਂ ਸਾਰੇ ਇਜ਼ਰਾਈਲ ਨੂੰ ਚੁਣ ਲਿਆ ਸੀ। Lord has chosen the whole Israel. ਜੇ ਤੁਸੀਂ ਕੂਚ ਦੀ ਕਿਤਾਬ ਦੇਖੋ, ਉਹਦਾ 19ਵੇਂ ਦਾ 6ਵਾਂ ਵਰਸ ਦੇਖਾਂਗੇ। If you see in Exodus chapter 19 verse 6, ਪਰਮੇਸ਼ਰ ਨੇ ਸਾਰੇ ਇਜ਼ਰਾਈਲੀ ਦੇਸ਼ ਨੂੰ ਬੁਲਾ ਲਿਆ ਸੀ, ਚੁਣ ਲਿਆ ਸੀ ਤੇ ਆਖਿਆ ਸੀ ਤੁਸੀਂ ਮੇਰੇ ਲੋਕ ਹੋ। and the Lord has called the whole country of Israel that you are my people, Lord said to them. ਤੇ ਉਹਨਾਂ ਨੂੰ ਇੱਕ ਖਾਸ ਨਾਮ ਦਿੱਤਾ ਸੀ। And God gave them a special name. ਪਵਿੱਤਰ ਨੇਸ਼ਨ, ਪਵਿੱਤਰ ਦੇਸ਼। Holy nation, that's the name they have given, holy nation. ਮਤਲਬ ਦੁਨੀਆ ਦੀਆਂ ਚੀਜ਼ਾਂ ਤੋਂ ਅਲੱਗ ਕੀਤੇ ਗਏ ਲੋਕ। Meaning that they have been separated from the world, from this earth. Exodus 19:6 ਦੇਖਾਂਗੇ। We're going to read the book of Exodus, chapter 19, verse 6. ਹਾਂਜੀ। ਪਰ ਤੁਸੀਂ ਮੇਰੇ ਲਈ ਇੱਕ ਪਵਿੱਤਰ ਕੌਮ ਅਤੇ ਸ਼ਾਹੀ ਪੁਰੋਹਿਤ ਠਹਿਰੋਗੇ, ਸੋ ਇਹ ਸਭ ਗੱਲਾਂ ਤੂੰ ਇਜ਼ਰਾਈਲੀ ਲੋਕਾਂ ਨੂੰ ਕਹਿ। ਪਵਿੱਤਰ ਕੌਮ, ਜੇ ਇਜ਼ਰਾਈਲ ਪਵਿੱਤਰ ਕੌਮ ਆ ਤਾਂ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਧੋਤੇ ਗਏ ਨੇ, ਉਹ ਕਿੰਨੀ ਪਵਿੱਤਰ ਕੌਮ ਹੋਣੀ ਚਾਹੀਦੀ ਹੈ। And the Lord called Israel holy nation. If Israel is being called holy nation, then imagine the people who've been cleansed with the blood of Lord Jesus Christ, how much more holy they should be. ਪ੍ਰਕਾਸ਼ ਦੀ ਪੋਥੀ ਦੇ 5ਵੇਂ ਚੈਪਟਰ ਦੇ 10ਵੇਂ ਵਰਸ ਵਿੱਚ ਸਵਰਗ ਦਾ ਨਜ਼ਾਰਾ ਦਿਖਾਇਆ ਜਾ ਰਿਹਾ ਆ ਤੇ ਸਵਰਗ ਦੇ ਸਾਹਮਣੇ, ਪਰਮੇਸ਼ਰ ਦੇ ਤਖਤ ਦੇ ਸਾਹਮਣੇ ਬਹੁਤ ਜ਼ਬਰਦਸਤ ਚੀਜ਼ ਦੇਖਣ ਨੂੰ ਮਿਲ ਰਹੀ ਆ।
And in the book of Revelation, we see in chapter 5, verse 10, a glimpse of heaven, and we see a wonderful something that is seen in front of Lord's throne. ਉਸ ਤਖਤ ਦੇ ਸਾਹਮਣੇ In front of that throne of God, ਐਸੇ ਲੋਕ ਖੜੇ ਨਜ਼ਰ ਆ ਰਹੇ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਲਹੂ ਦੇ ਨਾਲ ਧੋਤੇ ਗਏ ਸੀਗੇ and those people are standing there, we can see, who has been cleansed with the blood of Lord Jesus Christ. ਤੇ ਉਹ ਨੇ ਸੇਵਕ ਪਰਮੇਸ਼ਵਰ ਦੇ And they are the servants of the Lord. ਸੋ ਜਾਣੀ ਕਿ ਜਦੋਂ ਜਦ ਤੱਕ ਤੁਸੀਂ ਦੁਨੀਆ ਦੀ ਚੀਜ਼ਾਂ ਤੋਂ ਅਲੱਗ ਨਾ ਕੀਤੇ ਜਾਵੋ, ਜਦ ਤੱਕ ਤੁਸੀਂ ਪਵਿੱਤਰ ਨਾ ਕੀਤੇ ਜਾਵੋ, ਤਦ ਤੱਕ ਤੁਸੀਂ ਸੇਵਕ ਨਹੀਂ ਬਣ ਸਕਦੇ। ਪਰਮੇਸ਼ਰ ਤੁਹਾਨੂੰ ਇਸਤੇਮਾਲ ਨਹੀਂ ਕਰ ਸਕਦਾ। And so that means that until you have been separated from these worldly things, until you become holy in God's eyes, God cannot use you. ਇਲੈਕਟ੍ਰਿਸਿਟੀ ਲੱਕੜੀ ਥਾਂ ਦੀ ਫਲੋ ਨਹੀਂ ਹੋ ਸਕਦੀ। Electricity cannot flow through wood. ਜਿਹੜੀ ਬਿਜਲੀ ਹੈਗੀ ਆ ਉਹ ਕੋਈ ਰਬਰ ਥਾਂ ਦੀ ਵੀ ਫਲੋ ਨਹੀਂ ਹੋ ਸਕਦੀ। And the electricity cannot also flow through something made of rubber. ਉਸੇ ਤਰ੍ਹਾਂ ਦੇ ਨਾਲ The same way, ਪਰਮੇਸ਼ਵਰ ਦੀ ਹਜ਼ੂਰੀ the presence of the Lord ਸਿਰਫ ਉਦੋਂ ਹੀ ਫਲੋ ਹੋ ਸਕਦੀ ਆ ਜਦੋਂ ਪਵਿੱਤਰਤਾ ਕਾਇਮ ਰੱਖੀ ਹੋਈ ਆ। the presence of the Lord can only flow if the holiness is maintained. ਇਲੈਕਟ੍ਰਿਸਿਟੀ ਸਿਰਫ ਮੈਟਲ ਦੀਆਂ ਤਾਰਾਂ ਥਾਂ ਦੀ ਫਲੋ ਹੋ ਸਕਦੀ ਆ। Electricity- ਪਰਮੇਸ਼ਰ ਦੀ ਹਜ਼ੂਰੀ ਸਿਰਫ ਪਵਿੱਤਰਤਾ ਥਾਂ ਦੀ ਫਲੋ ਹੋ ਸਕਦੀ ਹੈ। Electricity only flows through metallic wires and stuff, metallic things. The presence of the Lord, His anointing, can only flow through holiness. ਪਵਿੱਤਰਤਾ ਹੈ ਨਹੀਂ, ਹਜ਼ੂਰੀ ਫਲੋ ਨਹੀਂ ਹੋ ਸਕਦੀ। ਪਵਿੱਤਰਤਾ ਹੈ ਨਹੀਂ, ਕਾਲਿੰਗ ਪਰਮੇਸ਼ਰ ਦੀ ਪੂਰੀ ਨਹੀਂ ਕਰ ਸਕੋਗੇ ਤੁਸੀਂ। If there no holiness, the anointing won't flow. If there is no holiness, you won't be able to fulfill the calling that you have on you. ਪੜਾਂਗੇ ਆਪਾਂ We're going to read Revelation chapter 5 verse 10। Revelation chapter 5 verse 10. ਹਾਂਜੀ। ਤੂੰ ਉਹਨਾਂ ਨੂੰ ਪਰਮੇਸ਼ਰ ਦੇ ਲਈ ਸ਼ਾਹੀ ਟੱਬਰ ਅਤੇ ਪ੍ਰੋਹਤ ਬਣਾਇਆ ਅਤੇ ਉਹ ਧਰਤੀ ਤੇ ਰਾਜ ਕਰਨਗੇ। ਪਰਮੇਸ਼ਵਰ ਨੇ ਇਜ਼ਰਾਈਲੀ ਦੇਸ਼ ਨੂੰ ਚੁਣਿਆ ਸੀਗਾ ਇੱਕ Lord- ਖਾਸ ਮਕਸਦ ਦੇ ਵਾਸਤੇ। Lord chose the nation of Israel for a special purpose. ਲੇਕਿਨ ਜਦੋਂ ਇਜ਼ਰਾਈਲ ਨੇ ਪਰਮੇਸ਼ਰ ਦੀ ਕਾਲਿੰਗ ਨੂੰ ਠੁਕਰਾ ਦਿੱਤਾ, ਉਹਦੀ ਮੁਕਤੀ ਨੂੰ ਠੁਕਰਾ ਦਿੱਤਾ, ਤੇ ਉਹ ਮੁਕਤੀ ਸਾਰੀ ਦੁਨੀਆ ਦੇ ਲਈ ਖੋਲਤੀ ਪਰਮੇਸ਼ਰ ਨੇ। And Lord has chosen Israel for a special purpose, but when Israel denied the salvation or denied the purpose that they were chosen for, then God opened that salvation for the whole world, for all the nations. ਇਬਰਾਨੀਆਂ ਦੇ 12ਵੇਂ ਦਾ 14 ਦੇਖਾਂਗੇ। We're going to see Hebrews 12:14. ਪੰਜਾਬੀ ਵਿੱਚ ਪੜਾਂਗੇ। We're going to read it in Punjabi. The book of Hebrews chapter 12 verse 14. ਹਾਂਜੀ। ਹਰ ਇੱਕ ਜੀ। ਨਾਲ ਸ਼ਾਂਤੀਪੂਰਵਕ ਰਹੋ ਅਤੇ ਪਵਿੱਤਰਤਾ ਦੀ ਖੋਜ ਵਿੱਚ ਰਹੋ, ਜਿਸ ਦੇ ਬਿਨਾਂ ਕੋਈ ਵੀ ਮਨੁੱਖ ਪ੍ਰਭੂ ਦੇ ਦਰਸ਼ਨ ਨਹੀਂ ਕਰ ਸਕਦਾ ਹੈ। ਪਵਿੱਤਰਤਾ ਤੋਂ ਬਿਨਾਂ ਕੋਈ ਵੀ, ਇਜ਼ਰਾਈਲ ਨੇ ਪਵਿੱਤਰਤਾ ਨੂੰ ਠੁਕਰਾ ਦਿੱਤਾ। ਇਜ਼ਰਾਈਲ ਨੇ ਜਦੋਂ ਪਵਿੱਤਰਤਾ ਨੂੰ ਠੁਕਰਾਇਆ, ਉਹ ਪਵਿੱਤਰ ਨਹੀਂ ਰਹੇ, ਦੂਜੇ ਬੁੱਤਾਂ ਦੇ ਪਿੱਛੇ ਚਲੇ ਗਏ, ਤੇ ਪਰਮੇਸ਼ਰ ਉਹਨਾਂ ਨੂੰ ਇਸਤੇਮਾਲ ਨਹੀਂ ਕਰ ਸਕਦਾ ਸੀਗਾ। And the word says, without holiness, no one will see the Lord. And in Israel, when they went after idol worshipping and other things, and they didn't stay holy, that's why God couldn't use them, because they were not holy. ਤਾਂ ਹੀ ਪਰਮੇਸ਼ਰ ਨੇ ਫਿਰ ਆਪਣੇ ਪੁੱਤਰ ਨੂੰ ਭੇਜਿਆ, ਤੇ ਉਹਦੇ ਲਹੂ ਦੇ ਨਾਲ ਉਹ ਲੋਕ ਧੋਤੇ ਗਏ ਨੇ ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕੀਤਾ। That's why Father sent His own Son, and with His own Son's blood, those people has been washed who have opened their hearts to Lord Jesus and accepted Him as their Savior. ਹੁਣ ਪਰਮੇਸ਼ਰ ਦਾ ਵਚਨ ਦੱਸਦਾ ਹੈ ਸਾਨੂੰ ਵੀ ਜਿਹੜਾ ਬੁਲਾਵਾ ਆ, ਜਿਹੜੀ ਕਾਲਿੰਗ ਆ, ਉਹ ਜੇ ਇੱਕ ਵਾਰ ਤੁਹਾਡੇ ਉੱਤੇ ਆ ਗਈ ਤੇ ਉਹ ਹਮੇਸ਼ਾ ਹਮੇਸ਼ਾ ਲਈ ਤੁਹਾਡੇ ਉੱਤੇ ਰਹਿਣੀ ਆ। And the word of God teaches us that if you have a calling on you, once that you have that calling will stay on you forever. ਇੱਕ ਵਾਰ ਜੇ ਤੁਸੀਂ ਸਾਈਕਲ ਚਲਾਉਣਾ ਸਿੱਖ ਲਓ ਨਾ, If you learn how to ride a bicycle once,
ਤੇ ਤੁਸੀਂ 40 ਸਾਲ ਬਾਅਦ ਵੀ ਇੰਡੀਆ ਵਾਪਸ ਜਾਓਗੇ ਨਾ ਤਾਂ ਸਾਈਕਲ ਤੁਸੀਂ ਚਲਾ ਸਕੋਗੇ। And even after 40 years, when you go back to India, for sure you will be able to ride the bike. ਇੱਕ ਵਾਰ ਜੇ ਤੁਸੀਂ ਤੈਰਨਾ ਸਿੱਖ ਲਓ ਤਾਂ ਤੁਸੀਂ ਕਦੇ ਭੁੱਲੋਗੇ ਨਹੀਂ। Once you learn how to swim, you won't forget. ਬਿਲਕੁਲ ਉਸੇ ਤਰ੍ਹਾਂ ਪ੍ਰਾਪਤ ਹੋਣਾ। ਇੱਕ ਵਾਰ ਕਾਲਿੰਗ ਤੁਹਾਡੇ ਉੱਤੇ ਆ ਗਈ, ਬੁਲਾਵਾ ਤੁਹਾਡੇ ਉੱਤੇ ਆ ਗਿਆ ਤੇ ਉਹ ਬੁਲਾਵਾ ਹਮੇਸ਼ਾ ਤੁਹਾਡੇ ਉੱਤੇ ਰਹੇਗਾ ਹੀ ਰਹੇਗਾ। Same way, if there's a calling on you, brothers and sisters, that calling will stay on you forever. Romans chapter 11 verse 29 ਦੇਖਾਂਗੇ ਪੰਜਾਬੀ ਚ। And we're going to see book of Romans chapter 11 and verse 29 in Punjabi. ਜ਼ਬਰਦਸਤ ਵਰਸ ਹੈਗਾ, ਪੰਜਾਬੀ ਚ ਪੜਾਂਗੇ। And it's a powerful verse. We're going to read it in Punjabi. Book of Yeah. Romans chapter 11 verse 29. Hanji. ਕਿਉਂਕਿ ਪਰਮੇਸ਼ਰ ਦੀਆਂ ਪ੍ਰਤਿਗਿਆਵਾਂ ਅਤੇ ਬੁਲਾਵੇ ਹਮੇਸ਼ਾ ਅਟਲ ਹਨ। ਪਰਮੇਸ਼ਰ ਦੀਆਂ ਪ੍ਰਤਿਗਿਆਵਾਂ, ਪਰਮੇਸ਼ਰ ਦੇ ਬੁਲਾਵੇ ਅਟਲ ਹਨ। ਇੱਕ ਵਾਰ ਆ ਗਿਆ ਹਮੇਸ਼ਾ ਰਹੇਗਾ। ਤੁਸੀਂ ਬੁਲਾਏ ਗਏ ਹੋ, ਕੁਝ ਵੀ ਕਰ ਲਓ ਪ੍ਰਭੂ ਜੀ, ਬੁਲਾਵਾ ਤੁਹਾਡੇ ਉੱਤੇ ਰਹਿਣਾ। ਜਿਹੜਾ ਮਕਸਦ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਪੂਰਾ ਕਰੋ, ਉਹ ਤੁਹਾਡੇ ਉੱਤੇ ਰਹਿਣਾ। For God's gifts and His callings are irrevocable. So no matter what happens, no matter what you do, brothers and sisters, the calling that you have on you of God, it will always stay on you. Romans chapter 8 verse 29 ਤੋਂ ਲੈ ਕੇ 30 ਤੱਕ ਪੜਾਂਗੇ। And we're going to read also book of Romans chapter 8 verses 29 to 30. ਜੀ ਹਾਂ, ਪਹਿਲਾਂ ਪ੍ਰਭੂ ਯਿਸੂ ਮਸੀਹ ਜੀ ਤੁਹਾਨੂੰ ਕਾਲ ਕਰਦੇ ਨੇ। First, Lord Jesus Christ calls you. ਫਿਰ ਤੁਹਾਨੂੰ ਸਿਲੈਕਟ ਕਰ ਲੈਂਦੇ ਨੇ, ਇਲੈਕਟ ਕਰ ਲੈਂਦੇ ਨੇ। And then He selects you, choose you. ਫਿਰ ਤੁਹਾਨੂੰ ਪ੍ਰਪੇਅਰ ਕਰਦੇ ਨੇ, ਫਿਰ ਤੁਹਾਨੂੰ ਅਨੋਇੰਟ ਕਰਦੇ ਨੇ, ਫਿਰ ਅਨੋਇੰਟਿੰਗ ਤੁਹਾਨੂੰ ਪ੍ਰਪੇਅਰ ਕਰਦੀ ਹੈ। ਫਿਰ ਤੁਹਾਨੂੰ ਆਪਣੀਆਂ ਦਾਤਾਂ ਦੇ ਨਾਲ, ਆਪਣੇ ਤੋਹਫਿਆਂ ਦੇ ਨਾਲ, ਆਪਣੇ ਫਲਾਂ ਨਾਲ ਭਰਦੇ ਨੇ, ਤੁਹਾਨੂੰ ਤਿਆਰ ਕਰਦੇ ਨੇ, ਤੁਹਾਨੂੰ ਐਡੀਫਾਈ ਕਰਦੇ ਨੇ, ਫਿਰ ਤੁਹਾਨੂੰ ਭੇਜਦੇ ਨੇ ਉਸ ਕੰਮ ਦੇ ਵਾਸਤੇ। So Lord Jesus first calls you, then He selects you, then He prepares you, then He fills you with His anointing, and then that anointing prepares you, and then He fills you with the gifts, and then He edifies you, and then He sends you out there. ਲੇਕਿਨ ਸਭ ਤੋਂ ਪਹਿਲਾਂ ਤੁਹਾਡਾ ਇਹ ਮਕਸਦ, ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਕਹੋ ਪ੍ਰਭੂ ਜੀ ਮੈਂ ਤੁਹਾਡੀ ਕਾਲਿੰਗ, ਮੈਂ ਤੁਹਾਡਾ ਬੁਲਾਵਾ ਜਿਹੜਾ ਆ ਉਹ ਅਸੈਪਟ ਕਰਦਾ, ਸਵੀਕਾਰ ਕਰਦਾ ਹਾਂ। But the very first step from your side has to be, once you have the calling, when you God gives you the calling, He calls you, you have to say, Lord, I accept this calling. ਕਿਉਂਕਿ ਪਰਮੇਸ਼ਰ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਆ ਕਿ ਤੁਸੀਂ ਸੇਵਾ ਕਰਨੀ ਚਾਹੁੰਦੇ ਵੀ ਹੋ ਉਸ ਦੀ ਜਾਂ ਨਹੀਂ। Because the first thing God wants to know is, do you even want to serve Him or not? ਜਾਂ ਹਜੇ ਤੁਸੀਂ ਆਪਣੇ ਆਪ ਦੀ ਸੇਵਾ ਕਰਨਾ ਚਾਹੁੰਦੇ ਹੋ, ਆਪਣੇ ਪਰਿਵਾਰ ਦੀ ਹੋਈ ਸੇਵਾ ਕਰਨਾ ਚਾਹੁੰਦੇ ਹੈਗੇ ਹੋ, ਜਾਂ ਆਪਣੀਆਂ ਜੇਬਾਂ ਦੀ ਹੋਈ ਸੇਵਾ ਕਰਨੀ ਚਾਹੁੰਦੇ ਹੈਗੇ ਹੋ, ਜਾਂ ਆਪਣੇ ਢਿੱਡ ਦੀ ਹੋਈ ਸੇਵਾ ਕਰਨੀ ਚਾਹੁੰਦੇ ਹੈਗੇ ਹੋ, ਕੀ ਤੁਸੀਂ ਰੱਬ ਦੀ ਸੇਵਾ ਕਰਨੀ ਚਾਹੁੰਦੇ ਵੀ ਹੋ ਜਾਂ ਨਹੀਂ। Or so far you are only willing to serve yourself, serve your family, serve your pockets, serve your stomach. Do you actually want to serve the Lord? He wants to know that. ਆਓ ਦੇਖੀਏ Romans chapter 8 verse 29 to 30. Hallelujah. And we're going to see book of Romans chapter 8 verse 29 to 30. ਹਾਂਜੀ in Punjabi. ਕਿਉਂਕਿ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਜਾਣ ਲਿਆ, ਉਹਨਾਂ ਨੂੰ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣਨ ਦੇ ਲਈ ਨਿਯੁਕਤ ਵੀ ਕਰ ਦਿੱਤਾ ਕਿ ਉਸ ਦਾ ਪੁੱਤਰ ਬਹੁਤਿਆਂ ਭਰਾਵਾਂ ਵਿੱਚ ਜੇਠਾ ਠਹਿਰੇ। ਸੋ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਨਿਯੁਕਤ ਕੀਤਾ, ਉਹਨਾਂ ਨੂੰ ਸੱਦਿਆ ਵੀ। ਫਿਰ ਜਿਨ੍ਹਾਂ ਨੂੰ ਉਸ ਨੇ ਸੱਦਿਆ, ਉਹਨਾਂ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ, ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। ਇਹ ਮਹਿਮਾ ਦੇ ਹਿੱਸੇਦਾਰ ਮਤਲਬ ਕੀ ਆ? ਮਤਲਬ ਉਹਨਾਂ ਨੂੰ ਹਜ਼ੂਰੀ ਦਿੱਤੀ, ਉਹਨਾਂ ਨੂੰ ਅਨੋਇੰਟ ਕੀਤਾ। And He has, He also justified them. Those who are justified, He also glorified. Glorified mean that those, the ones He has called, He has anointed them. ਫਿਰ ਉਹ ਤੋਂ ਬਾਅਦ ਪਰਮੇਸ਼ਰ ਉਹਨਾਂ ਨੂੰ ਆਪਣੇ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਕੇ ਉਹਨਾਂ ਨੂੰ ਆਪਣੇ ਫਲਾਂ ਦੇ ਨਾਲ ਭਰ ਦਿੰਦਾ ਹੈ। And after that, Lord Jesus gives the presence of the Holy Spirit to them, and the fruits of the Holy Spirit come with it, and He blesses them. 2 Peter chapter 1 verse 5 to 10 ਪੜਾਂਗੇ।
We're going to read 2 Peter verse 1, chapter 1, Verse 5 to verses 10. 5 to 10. ਪਵਿੱਤਰ ਆਤਮਾ ਦੇ ਫਲ ਇਹ ਨੈਕਸਟ ਸਟੈਪ ਹੈ ਜਦੋਂ ਤੁਸੀਂ ਕਾਲਿੰਗ ਅਸੈਪਟ ਕਰ ਲੈਣੇ ਹੈਗੇ ਹੋ। And the fruits of the Holy Spirit is the next step to once you already has accepted the calling of the ਤੁਹਾਨੂੰ Holy ਮਾਂ ਦੀ ਕੁੱਖ ਤੋਂ ਨਿਯੁਕਤ ਕਰ ਲਿਆ, ਫਿਰ ਤੁਹਾਨੂੰ ਕਾਲ ਕਰ ਲਿਆ, ਫਿਰ ਤੁਸੀਂ ਕਾਲਿੰਗ ਅਸੈਪਟ ਕਰ ਲਈ, ਤੁਸੀਂ ਸਰੈਂਡਰ ਕਰ ਦਿੱਤਾ, ਹੁਣ ਪਵਿੱਤਰ ਆਤਮਾ ਦੇ ਫਲ ਆ ਰਹੇ ਨੇ ਤੁਹਾਡੇ ਉੱਤੇ। And first, He has chosen you from the womb of your mother, and then you have the calling, and you accepted the calling, and now the fruits of the Holy Spirit have been sent on you. 2 Peter chapter 1 verse 5 to 10 ਜੀ। We're going to read 2 Peter chapter 1 verses 5 to 10. Hanji. 2 Peter 1 5 to 10. ਇਸੇ ਲਈ ਤੁਸੀਂ ਵੀ ਆਪਣੇ ਵਿਸ਼ਵਾਸ ਨੂੰ ਦੈਵੀ ਗੁਣਾਂ ਦੇ ਨਾਲ ਪੱਕਿਆਂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਆਪਣੇ ਦੈਵੀ ਗੁਣਾਂ ਨੂੰ ਗਿਆਨ ਦੇ ਨਾਲ, ਆਪਣੇ ਗਿਆਨ ਨੂੰ ਸਵੈ ਕਾਬੂ ਨਾਲ, ਆਪਣੇ ਸਵੈ ਕਾਬੂ ਨੂੰ ਧੀਰਜ ਨਾਲ, ਆਪਣੇ ਧੀਰਜ ਨੂੰ ਪਵਿੱਤਰਤਾ ਨਾਲ, ਆਪਣੀ ਪਵਿੱਤਰਤਾ ਨੂੰ ਭਾਈਚਾਰੇ ਨਾਲ ਅਤੇ ਆਪਣੇ ਭਾਈਚਾਰੇ ਨੂੰ ਪਿਆਰ ਨਾਲ ਪੱਕਿਆਂ ਕਰੋ। Hallelujah. ਇਹ Hallelujah. ਤਰੀਕੇ ਨੇ ਆਪਣੇ ਰੂਹਾਨੀ ਜ਼ਿੰਦਗੀ ਨੂੰ, ਆਪਣੀ ਨੇਚਰ ਨੂੰ ਪੱਕੇ ਕਰਨ ਦੇ ਵਾਸਤੇ। And these are the ways how we can strengthen our spiritual life and strengthen our calling in the Lord. ਉਹ ਤੋਂ ਬਾਅਦ ਫਲਾਂ ਤੋਂ ਬਾਅਦ ਪਵਿੱਤਰ ਆਤਮਾ ਦੇ ਤੋਹਫੇ, ਗਿਫਟਸ ਆਫ ਹੋਲੀ ਸਪਿਰਿਟ ਤੁਹਾਡੇ ਉੱਤੇ ਆਉਣੇ ਸ਼ੁਰੂ ਹੋ ਜਾਂਦੇ ਨੇ। And after that, you start receiving the gifts of the Holy Spirit on you. 1 Corinthians chapter 12 ਦੇ ਪਹਿਲੇ 11 ਵਰਸਿਸ ਗਿਫਟਸ ਦੇ ਬਾਰੇ ਦੱਸਦੇ ਹੈਗੇ ਨੇ। ਇਹ ਗਿਫਟਸ ਤੁਹਾਨੂੰ ਮਿਲਦੇ ਨੇ ਤੁਹਾਨੂੰ ਤਿਆਰ ਕਰਨ ਦੇ ਵਾਸਤੇ, ਉਹ ਬੁਲਾਵੇ ਵਾਸਤੇ, ਉਹ ਕਾਲਿੰਗ ਜਿਹੜੀ ਪ੍ਰਭੂ ਨੇ ਦਿੱਤੀ ਆ ਤਾਂ ਕਿ ਤੁਸੀਂ ਸੇਵਾ ਕਰਨ ਤੋਂ ਪਹਿਲਾਂ ਇਹ ਤੋਹਫੇ ਸਵੀਕਾਰ ਕਰ ਲਓ ਰੂਹ ਦੇ ਵਿੱਚ ਤਾਂ ਕਿ ਕੰਮ ਕਰ ਸਕੋ। And in 1 Corinthians, we see all those gifts that have been given to you. You have to receive, accept the calling, and then all those gifts will be given to you. ਗਿਫਟਸ ਤੋਂ ਬਾਅਦ After the gifts of the Holy Spirit, ਇੱਕ ਐਸੀ ਚਾਹ, ਐਸੀ ਲਗਨ, ਐਸੀ ਅੱਗ ਲੱਗ ਜਾਂਦੀ ਆ ਤੁਹਾਡੀ ਰੂਹ ਦੇ ਵਿੱਚ ਕਿ ਤੁਹਾਡਾ ਦਿਲ ਕਰਦਾ ਆ, ਤੁਹਾਡਾ ਦਿਲ ਕਰਦਾ ਕਿ ਮੈਂ ਜਾਵਾਂ ਜਾ ਕੇ ਪ੍ਰਭੂ ਦਾ ਪ੍ਰਚਾਰ ਕਰਾਂ। and after those gifts, you get such a zeal, such a desire in your heart. There's a fire on your heart that your heart is urging to go out there and share the word of God with others. ਤੁਸੀਂ ਨਿਯੁਕਤ ਕੀਤੇ ਗਏ ਮਾਂ ਦੀ ਕੁੱਖ ਚੋਂ। You have been chosen from the womb of your mother. ਫਿਰ ਤੁਹਾਡੇ ਤੇ ਬੁਲਾਵਾ ਆ ਗਿਆ, And then you had the calling on you. ਤੁਸੀਂ ਅਸੈਪਟ ਕਰ ਲਈ ਉਹ ਕਾਲਿੰਗ। And then you accepted the calling of the Lord. ਫਿਰ ਤੁਹਾਡੇ ਉੱਤੇ ਪਵਿੱਤਰ ਆਤਮਾ ਦੇ ਫਲ ਆ ਗਏ। And then you got the fruits of the Holy Spirit. ਉਹ ਤੋਂ ਬਾਅਦ ਫਿਰ ਤੁਹਾਡੇ ਉੱਤੇ ਪਵਿੱਤਰ ਆਤਮਾ ਦੇ ਗਿਫਟਸ ਆ ਗਏ। And then you got the gifts of the Holy Spirit on you. ਉਹ ਤੋਂ ਬਾਅਦ ਤੁਹਾਡੇ ਦਿਲ ਦੇ ਵਿੱਚ ਕੰਪੈਸ਼ਨ ਆ ਗਿਆ, ਅੱਗ ਆ ਗਈ ਪ੍ਰਚਾਰ ਕਰਨ ਦੀ, ਉਹਦਾ ਨਾਮ ਦੂਜਿਆਂ ਨੂੰ ਦੱਸਣ ਦੀ। And then you got that compassion for others in you, that desire in your heart to go out there and share the word of God with others. ਜਰਮਾਇਆ ਕਹਿੰਦਾ ਸੀਗਾ ਜੇ ਮੈਂ ਪ੍ਰਭੂ ਦਾ ਬਚਨ ਪ੍ਰਚਾਰ ਨਾ ਕਰਾਂ ਮੇਰੇ ਹੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਆ। And Jeremiah used to say, if I don't share the word of God with others, I feel my bones burning. ਪੌਲੁਸ ਦੇਖੋ ਕੀ ਕਹਿੰਦਾ 1 Corinthians chapter 9 ਦੇ ਵਿੱਚ। We're going to see what Paulus says in 1 Corinthians chapter 9. ਵਰਸ 16 ਦੇਖਾਂਗੇ। And we're going to see verse 16. 1 Corinthians chapter 9 verse 16. ਹਾਂਜੀ ਪੰਜਾਬੀ ਚ ਦੇਖਾਂਗੇ। ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਹਾਂ। ਇਹ ਕੋਈ ਮੇਰੇ ਲਈ ਹੰਕਾਰ ਵਾਲੀ ਗੱਲ ਨਹੀਂ ਹੈ। ਇਹ ਕਰਨਾ ਤਾਂ ਮੇਰੇ ਲਈ ਅਤੇ ਜ਼ਰੂਰੀ ਹੈ, ਬਲਕਿ ਜੇਕਰ ਮੈਂ ਸ਼ੁਭ ਸਮਾਚਾਰ ਨਾ ਸੁਣਾਵਾਂ ਤਾਂ ਮੇਰੇ ਲਈ ਸ਼ਰਮ ਦੀ ਗੱਲ ਹੈ। ਇੰਗਲਿਸ਼ ਦੇ ਵਿੱਚ ਬੜਾ ਜ਼ਬਰਦਸਤ ਲਿਖਿਆ ਆ।
And it says in English, for when I preach the gospel, I cannot boast. Since I am compelled to preach, woe to me if I do not preach the gospel. Wow. Woe to me. हैं? भाई हाय मेरा की हाल हो जे मैं तेरा वचन प्रचार ना करा. Hallelujah, hallelujah. ਪਰਮੇਸ਼ਵਰ ਨੇ ਜੋਨਾਸ ਦੇ ਉੱਤੇ ਵੀ ਬੁਲਾਵਾ ਭੇਜਿਆ ਸੀ ਤੇ ਜੋਨਾ ਨੂੰ ਵੀ ਕਾਲ ਕੀਤਾ ਸੀ ਵੀ ਜਾ ਕੇ ਮੇਰਾ ਵਚਨ ਪ੍ਰਚਾਰ ਕਰ. And Jonah too had that calling on him, and God told him, go and preach my word. ਜੋਨਾ ਨੇ ਇੱਕਦਮ ਕੱਪੜੇ ਪਾਏ ਤੇ ਜੁੱਤੀ ਪਹਿਨੀ ਤੇ ਭੱਜ ਗਿਆ ਪ੍ਰਭੂ ਦਾ ਵਚਨ ਸੁਣ ਕੇ. And Jonah quickly put his shoes on and dressed up and ran to share the word of God. ਪ੍ਰਭੂ ਉੱਪਰੋਂ ਦੇਖਦਾ ਹੋਣਾ ਇਹ ਬੜਾ ਓਬੀਡੀਐਂਟ ਪੁੱਤਰ ਆ ਮੇਰਾ. ਵਾਹ ਦੇਖੋ ਬੜਾ ਓਬੀਡੀਐਂਟ ਪੁੱਤਰ ਆ. ਲੇਕਿਨ ਬਾਅਦ ਚ ਪਤਾ ਲੱਗਿਆ ਭਰਾਵੋ ਤੇ ਭੈਣੋ ਕਿ ਇਹ ਉੱਤਰ ਵਾਲੇ ਪਾਸੇ ਭੱਜਣ ਦੀ ਜਗ੍ਹਾ ਤੇ ਦੱਖਣ ਵਾਲੇ ਪਾਸੇ ਭੱਜਣ ਲੱਗ ਗਿਆ. And God probably seeing from up there, wow, he's such an obedient son of mine, quickly got ready to run to preach the word. And then after realized that, oh, he's actually running to the opposite direction. ਉਹ ਇਹ ਤਾਂ ਜਲੰਧਰ ਨੂੰ ਨਹੀਂ ਜਾ ਰਿਹਾ, ਇਹ ਤਾਂ ਦਿੱਲੀ ਨੂੰ ਹੋ ਚੱਲਿਆ. He's not going to Jalandhar side, he's running towards Delhi. ਇਹ ਵੈਨਕੂਵਰ ਨੂੰ ਨਹੀਂ ਜਾ ਰਿਹਾ, ਇਹ ਤਾਂ ਹੋਪ ਨੂੰ ਜਾ ਰਿਹਾ. He's not going towards Vancouver, he's actually going to Hope. ਇਹਨੇ ਤਾਂ ਪੁੱਠਾ ਰਾਹ ਲੈ ਲਿਆ. He's going to the opposite direction. ਪਰਮੇਸ਼ਰ ਨੇ ਇੱਕ ਮੱਛੀ ਤਿਆਰ ਕਰਕੇ ਰੱਖੀ ਹੋਈ ਸੀ ਇਹਦੇ ਲਈ. And God already had prepared a whale, a fish, big fish for him. ਉਸੇ ਤਰ੍ਹਾਂ ਬਹੁਤ ਦਫਾ ਪਰਮੇਸ਼ਰ ਸਾਡੇ ਵਾਸਤੇ ਵੀ ਮੱਛੀਆਂ ਤਿਆਰ ਕਰਕੇ ਰੱਖੀ ਰੱਖਦਾ ਹੈ. The same way, God lot of times has big fishes ready for us. ਕਈਆਂ ਦੇ ਵਾਸਤੇ ਤਾਂ ਵੱਡੀਆਂ ਮੱਛੀਆਂ ਸ਼ਾਇਦ ਤਿਆਰ ਕਰਕੇ ਰੱਖੀਆਂ ਹੋਣ ਪਰਮੇਸ਼ਰ ਨੇ. Some people probably has a big fishes ready for them by God. ਉਹ ਮੱਛੀ ਕਾਬੂ ਕਰਕੇ ਲਿਆਈ ਜੋਨਾਸ ਨੂੰ ਤੇ ਜਦੋਂ ਆ ਕੇ ਉਹਨੂੰ ਉਤਾਰਿਆ ਧਰਤੀ ਤੇ ਫਿਰ ਦੁਬਾਰਾ ਉਹੀ ਕਾਲਿੰਗ ਆਈ ਤੇ ਫਿਰ ਜੋਨਾ ਕਹਿੰਦਾ ਵੀ ਜੀ ਹਜੂਰ ਮੈਂ ਜਾਣਾ ਪ੍ਰਚਾਰ ਕਰਨ ਵਾਸਤੇ. ਫਿਰ ਗਿਆ ਪ੍ਰਚਾਰ ਕਰਨ ਵਾਸਤੇ. And once God had put the Jonah into the fish's belly and he spat him out on the beach there, and then he said, yes God, I am going to preach your word. ਜਾਨੀ ਕਿ ਮੰਨ ਗਿਆ ਪਰਮੇਸ਼ਰ ਦੇ ਮਕਸਦ ਨੂੰ, ਪਰਮੇਸ਼ਰ ਦੀ ਕਾਲਿੰਗ ਨੂੰ ਵੀ ਬੁਲਾਵਾ ਹੈ. ਭਾਵੇਂ ਥੋੜੇ ਮੁਸ਼ਕਲ ਤਰੀਕੇ ਨਾਲ ਮੰਨਿਆ ਲੇਕਿਨ ਰੱਬ ਨੂੰ ਮੰਨਣਾ ਆਂਦਾ ਆ. And yes, at the end of the story, he realizes, acknowledges that yes, I have a calling, I cannot run away from it. So in a way, we can say that God has his ways, God knows how to make you accept the calling. ਬਹੁਤ ਦਫਾ ਸਾਨੂੰ ਰੱਬ ਨੂੰ ਮਨਾਉਣਾ ਨਹੀਂ ਆਂਦਾ ਲੇਕਿਨ ਰੱਬ ਨੂੰ ਸਾਨੂੰ ਮਨਾਉਣਾ ਆਂਦਾ ਹੈ. Lot of time we don't know how to make God say yes to something, but God definitely know how to say yes for us to say yes to him. ਲੋਕ ਰੱਬ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਰੱਬ ਮਾਹਿਰ ਆ ਸਾਨੂੰ ਸਿੱਧਾ ਕਰਨ ਦੇ ਵਿੱਚ. And people try to straighten God up, but God is professional in straightening people up. ਭਰਾਵੋ ਡਰ ਕੇ ਜੀਵਨ ਬਤੀਤ ਕਰੀਏ ਕਿ ਪਰਮੇਸ਼ਰ ਦੀ ਕਿਰਪਾ ਤੇ ਦਇਆ ਕਦੇ ਵੀ ਆਪਣੀ ਜ਼ਿੰਦਗੀ ਤੋਂ ਦੂਰ ਨਾ ਹੋਵੇ. Brothers and sisters, let's always have the fear of God, so the grace and mercy of Lord Jesus Christ may never apart from our lives. ਐਫਸੀਆਂ ਦਾ ਪਹਿਲਾ ਚੈਪਟਰ ਚੌਥਾ ਪੰਜਵਾਂ ਵਰਸ ਦੇਖਾਂਗੇ. In the book of Ephesians, we're gonna see chapter 4, verse 5. Chapter 1, verse 4 and 5. Chapter 1, verse 4 and 5. Ephesians 1, chapter 1, verse 4 and 5. ਹਰ ਵਿਸ਼ਵਾਸੀ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਧੋਤਾ ਗਿਆ ਉਹਦੇ ਉੱਤੇ ਬੁਲਾਵਾ ਹੈ. Every believer who has been cleansed with the blood of Jesus Christ, he has calling on him. ਇਹ ਦੁਨੀਆ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਸਾਨੂੰ ਚੁਣ ਲਿਆ ਸੀਗਾ. Before putting the foundation of this world, God has chosen us. ਉਦੋਂ ਤੋਂ ਹੀ ਸਾਡੇ ਦਿਲਾਂ ਦੇ ਵਿੱਚ ਉਹਨੇ ਅੱਗ ਲਾਤੀ ਸੀ ਉਹਦੀ ਸੇਵਾ ਕਰਨ ਦੀ. And from that time onwards, we have that fire burning in us to serve him. ਲੇਕਿਨ ਦੁਨੀਆ ਦੀਆਂ ਚੀਜ਼ਾਂ ਇਨਸਾਨਾਂ ਨੂੰ ਡਿਸਟਰੈਕਟ ਕਰਦੀਆਂ ਰਹਿੰਦੀਆਂ ਨੇ, ਡਿਸਟਰੈਕਟ ਕਰਦੇ ਰਹਿੰਦੇ ਨੇ, ਉਹਨਾਂ ਦਾ ਧਿਆਨ ਵੰਡਦੀਆਂ ਰਹਿੰਦੇ ਨੇ ਤਾਂ ਕਿ ਉਹ ਪਰਮੇਸ਼ਰ ਦੀ ਸੇਵਾ ਕਰਕੇ ਆਪਣੇ ਤੇ ਆਪਣੇ ਬੱਚਿਆਂ ਦੇ ਵਾਸਤੇ ਬਰਕਤ ਨਾ ਲੈ ਲੈਣ.
But unfortunately, the world and worldly things distract the human beings, distract us so that we don't preach the word of God, or we don't receive the calling and accept the calling, so we don't have blessings for ourselves and for our generations to come. बच बच के जिंदगी व्यतीत करिए प्रभु ते भैणों। Very carefully we have to live this life, brothers and sisters. डर डर के चलना आ पवित्रता दे विच। And we have to have the fear of God, and we have to walk in holiness. इज्जत वाला डर है, डरने वाला डर नहीं, इज्जत वाला डर है। This fear is not a fear of getting scared fear. It is a reverence, fear of reverence. और पढ़िए एफिसियों का पहला चैप्टर 4-5। We're going to read Ephesians chapter 1 verses 4 and 5. ਹਾਂਜੀ। ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਉਸਨੇ ਸਾਨੂੰ ਮਸੀਹ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਾਹਮਣੇ ਪਵਿੱਤਰ ਅਤੇ ਨਿਹਕਲੰਕ ਠਹਿਰੀਏ। ਸਾਡੇ ਨਾਲ ਆਪਣੇ ਪਿਆਰ ਦੇ ਕਾਰਨ ਉਸਨੇ ਸਾਨੂੰ ਵੱਖ ਕਰ ਲਿਆ ਕਿ ਅਸੀਂ ਯਿਸੂ ਮਸੀਹ ਦੁਆਰਾ ਉਸ ਦੀ ਗੋਦ ਲਈ ਸੰਤਾਨ ਬਣ ਜਾਈਏ। ਇਹ ਸਭ ਉਸ ਦੀ ਆਪਣੀ ਖੁਸ਼ੀ ਅਤੇ ਇੱਛਾ ਦੇ ਕਾਰਨ ਹੋਇਆ। Amen. Hallelujah. ਪਰਮੇਸ਼ਰ Hallelujah. ਖੁਸ਼ ਹੁੰਦਾ ਆ ਜਦੋਂ ਤੁਸੀਂ ਸੇਵਾ ਕਰਨ ਵਾਸਤੇ ਤਿਆਰ ਹੋ ਜਾਂਦੇ ਹੋ। God gets happy when we are ready to serve him. ਤੁਸੀਂ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹੋ? Do you want God to be happy from you? ਹੁਣ ਕਈ ਭੈਣ ਭਰਾ ਪੁੱਛ ਸਕਦੇ ਪਾਸਟਰ ਜੀ ਸਾਨੂੰ ਤਾਂ ਪਤਾ ਹੀ ਨਹੀਂ ਗਾ ਕਿ ਪ੍ਰਭੂ ਨੇ ਸਾਨੂੰ ਕਾਹਤੋਂ ਸੱਦਿਆ ਆ, ਸਾਡੇ ਤੇ ਕਾਹਦਾ ਬੁਲਾਵਾ ਆ, ਪ੍ਰਭੂ ਕਿਹੜੀ ਚੀਜ਼ ਵਾਸਤੇ ਸਾਨੂੰ ਯੂਜ਼ ਕਰਨਾ ਚਾਹੁੰਦਾ, ਸਾਨੂੰ ਇਸਤੇਮਾਲ ਕਰਨਾ ਚਾਹੁੰਦਾ। A lot of brothers and sisters may ask that, oh, Pastor Ji, we don't really know what is our calling, why God is calling us, what he wants us to do for him. ਮੈਂ ਤੁਹਾਨੂੰ 2 ਵਰਸ ਪੜਾਵਾਂਗਾ ਜਿਹਨਾਂ ਥਾਈਂ ਜੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਪਰਮੇਸ਼ਰ ਦਾ ਬੁਲਾਵਾ ਤੁਹਾਡੀ ਜ਼ਿੰਦਗੀ 'ਚ ਕੀ ਆ, ਜਾਂ ਕਿਸ ਤਰ੍ਹਾਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਪਰਮੇਸ਼ਰ ਦੀ ਕੀ ਮਕਸਦ ਆ, ਕੀ ਕਾਲਿੰਗ ਆ, ਕੀ ਬੁਲਾਵਾ ਆ, ਕਿਹੜੀ ਸੇਵਾ ਲੈਣਾ ਚਾਹੁੰਦਾ ਤੁਹਾਤੋਂ। And I'm going to make you read 2 verses that you will find out what is the purpose of God in your life, what is the calling, what God wants you to do. We're going to read 2 verses. ਰੋਮਨਸ 12 ਉਹਦੇ ਪਹਿਲੇ 2 ਵਰਸ ਪੜਾਂਗੇ। And we're going to read Romans 12 verses 1 and 2. ਉਸ ਤੋਂ ਬਾਅਦ ਫਿਰ ਆਪਾਂ ਕੋਲੋਸੀਆਂ ਦਾ ਪਹਿਲਾ ਚੈਪਟਰ ਦੇਖਾਂਗੇ ਤੇ ਵਰਸ 10ਵਾਂ ਦੇਖਾਂਗੇ। And after that, we're going to see Colossians chapter 1 verse 10. But Romans 12 verses 1 and 2 first. ਹਾਂਜੀ। ਜੀ ਇਸ ਲਈ ਮੇਰੇ ਭਰਾਵੋ, ਪਰਮੇਸ਼ਰ ਦੀਆਂ ਅਣਗਿਣਤ ਮਿਹਰਾਂ ਨੂੰ ਯਾਦ ਕਰਵਾਉਂਦਿਆਂ ਹੋਇਆਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਆਪਣੇ ਆਪ ਨੂੰ ਜ਼ਿੰਦਾ, ਪਵਿੱਤਰ ਅਤੇ ਮੰਨਣਯੋਗ ਕੁਰਬਾਨੀ ਦੇ ਰੂਪ ਵਿੱਚ ਪਰਮੇਸ਼ਰ ਦੇ ਸਾਹਮਣੇ ਚੜਾਓ, ਕਿਉਂਕਿ ਇਹੀ ਉਸ ਦੀ ਆਰਾਧਨਾ ਦਾ ਅਸਲੀ ਨੇਮ ਹੈ। ਆਪਣੇ ਆਪ ਨੂੰ ਸੰਸਾਰ ਦੇ ਅਨੁਕੂਲ ਨਾ ਬਣਾਓ, ਸਗੋਂ ਆਪਣੇ ਆਪ ਨੂੰ ਅੰਦਰੋਂ ਪਰਮੇਸ਼ਰ ਨੂੰ ਬਦਲਣ ਦੇਵੋ, ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਉਸ ਦੇ ਸਾਹਮਣੇ ਭਲਾ, ਮੰਨਣਯੋਗ ਅਤੇ ਪੂਰਨ ਕੀ ਹੈ। ਤਾਂ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਤੁਹਾਡੇ ਉੱਤੇ ਕੀ ਬੁਲਾਵਾ ਆ। Then you can understand the will of God, that what is your perfect calling. ਆਪਣੀ ਜ਼ਿੰਦਗੀ ਨੂੰ ਪਵਿੱਤਰਤਾ ਦੀ ਬਲੀ ਬਣਾ ਕੇ ਚਾੜੋ, ਯਾਨੀ ਕਿ ਪਵਿੱਤਰ ਜੀਵਨ ਬਤੀਤ ਕਰਨਾ ਸ਼ੁਰੂ ਕਰੋ, ਪਵਿੱਤਰ ਰਹਿਣਾ ਸ਼ੁਰੂ ਕਰੋ ਕਿ ਤਾਂ ਤੁਸੀਂ ਜਾਣ ਲਓਗੇ ਰੱਬ ਦਾ ਕੀ ਮਕਸਦ ਆ ਤੁਹਾਡੀ ਜ਼ਿੰਦਗੀ 'ਚ। And that means that you have to start living your life in holiness. Once you start living in holiness, you will get to know what's the purpose of God on your life. ਕੰਘੀ ਉਹੀ ਰੱਖਦਾ ਜਿਹਦੇ ਵਾਲ ਹੋਣ। Only those people keep a comb in the pocket who have some hair. ਜਿਹਦੇ ਵਾਲ ਹੈ ਨਹੀਂ ਉਹ ਕੰਘੀ ਰੱਖਦਾ ਵੀ ਨਹੀਂਗਾ, ਨਾ ਹੀ ਉਹਨੂੰ ਕੋਈ ਕੰਘੀ ਗਿਫਟ ਕਰਦਾ ਹੈ। And the person who don't have any hair, that person don't keep the comb, and nobody gives him a comb as a gift either. ਪਰਮੇਸ਼ਰ ਉਹਨੂੰ ਹੀ ਦਿਖਾਵੇਗਾ ਬਈ ਕਿਹੜੀ ਸੇਵਾ ਤੇਤੋਂ ਲੈਣੀ ਆ ਪਰਮੇਸ਼ਰ ਨੇ, ਜਿਹੜਾ ਪਵਿੱਤਰਤਾ ਜੀਵਨ ਬਤੀਤ ਕਰ ਰਿਹਾ ਹੋਵੇ। God will only show that person that what kind of service he wants from you, the person who is living a holy life. ਜਿਹੜਾ ਪਵਿੱਤਰਤਾ ਜੀਵਨ ਬਤੀਤ ਹੀ ਨਹੀਂ ਕਰ ਰਿਹਾ, ਪਵਿੱਤਰਤਾ ਭਾਲਦਾ ਨਹੀਂ, ਪਵਿੱਤਰਤਾ ਤੋਂ ਬਿਨਾਂ ਕੋਈ ਪਰਮੇਸ਼ਰ ਨੂੰ ਦੇਖ ਵੀ ਨਹੀਂ ਸਕਦਾ, ਉਹਨੂੰ ਪਰਮੇਸ਼ਰ ਕਾਹਤੋਂ ਦੱਸੇਗਾ ਵੀ ਮੈਂ ਤੇ ਤੋਂ ਆਹ ਸੇਵਾ ਲੈਣੀ ਆ, ਵੀ ਮੈਂ ਤੇ ਤੋਂ ਆਹ ਸੇਵਾ ਲੈਣੀ ਆ, ਮੈਂ ਤੈਨੂੰ ਆਹ ਬਰਕਤ ਦੇਣੀ ਆ, ਜਾਂ ਮੈਂ ਤੈਨੂੰ ਉਹ ਬਰਕਤ ਦੇਣੀ ਆ, ਕਿਉਂ?
And the people who are not even living the holy life, why would even God go to those people and say, oh, these are the services that I want you to do for me, if the person is not even living a holy life? Colossians chapter 1 verse 10 देखो. And we're also going to see Colossians chapter 1 verse 10. ਹਾਂਜੀ. ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਪ੍ਰਭੂ ਦੇ ਯੋਗ ਜੀਵਨ ਗੁਜ਼ਾਰੋ, ਜਿਸ ਤੋਂ ਉਹ ਹਰ ਤਰ੍ਹਾਂ ਨਾਲ ਖੁਸ਼ ਹੋਵੇ, ਅਤੇ ਇਸੇ ਤਰ੍ਹਾਂ ਤੁਸੀਂ ਹਰ ਤਰ੍ਹਾਂ ਦੀ ਭਲਾਈ ਨਾਲ ਫਲਵੰਤ ਹੋਵੋ ਅਤੇ ਪਰਮੇਸ਼ਰ ਦੇ ਗਿਆਨ ਪ੍ਰਾਪਤੀ ਵਿੱਚ ਹੋਰ ਅਧਿਕ ਤੋਂ ਅਧਿਕ ਵਧਦੇ ਜਾਵੋ। Amen. Amen. ਜਦੋਂ ਤੁਸੀਂ ਸੇਵਾ ਕਰਨ ਲੱਗ ਜਾਂਦੇ ਹੋ ਨਾ ਪਰਮੇਸ਼ਵਰ ਦੀ, ਉਦੋਂ ਤੁਸੀਂ ਪਰਮੇਸ਼ਵਰ ਦੇ ਗਿਆਨ ਦੇ ਵਿੱਚ ਹੋਰ ਵਧਣਾ ਸ਼ੁਰੂ ਕਰ ਦਿੰਦੇ ਹੋ। Once you start to serve the Lord, brothers and sisters, at that time you start to grow in the knowledge of God. ਲਾਸਟ ਵਰਸ ਪੜਾਂਗੇ ਆਪਾਂ ਲੂਕ ਚੈਪਟਰ 16 ਵਰਸ 10 ਦੇ ਵਿੱਚ। And this is the last verse we're going to read, Luke chapter 16 verse 10. ਬੜਾ ਜ਼ਬਰਦਸਤ ਵਰਸ ਹੈਗਾ। It's a powerful word of God there, book of Luke. ਜਦੋਂ ਤੁਸੀਂ ਸੇਵਾ ਦੇ ਵਿੱਚ ਆਗਿਆਕਾਰੀ ਹੋ ਜਾਂਦੇ ਹੋ, When you get into the service and you know that's your service and you're going to do it, ਉਹ ਤੋਂ ਬਾਅਦ ਫਿਰ ਪਰਮੇਸ਼ਰ ਤੁਹਾਨੂੰ ਦਿਖਾਣਾ ਸ਼ੁਰੂ ਕਰਦਾ ਵੀ ਕਿਹੜੇ ਕਿਹੜੇ ਵੱਖਰੇ ਵੱਖਰੇ ਗਹਿਰੇ ਗਹਿਰੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਸਪੈਸੀਫਿਕਲੀ ਪਰਮੇਸ਼ਰ ਤੁਹਾਨੂੰ ਇਸਤੇਮਾਲ ਕਰੇਗਾ। once you make your commitment in the service, and that's when the Lord starts to show you the depth of the things that where he wants you to work, where he wants to use you. ਕਈਆਂ ਨੂੰ ਭਵਿੱਖਬਾਣੀ 'ਚ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰ ਦੇਗਾ। A lot of people will be used in prophesying. ਕਈਆਂ ਨੂੰ ਹੀਲਿੰਗ ਦੇ ਵਿੱਚ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰ ਦੇਗਾ। Some will be used in healing services. ਕਈਆਂ ਨੂੰ ਬਦਰੂਆਂ ਕੱਢਣ ਦੇ ਵਿੱਚ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰ ਦੂਗਾ। And some people will be used in casting out the evil spirits from others. ਕਈਆਂ ਨੂੰ ਵੱਡੇ ਵੱਡੇ ਚਿੰਨ੍ਹ ਕਰਨ ਦੇ ਵਿੱਚ, ਮਿਰਕਲਸ ਕਰਨ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦੂਗਾ। Others will be used to do big miracles. ਕਈਆਂ ਨੂੰ ਟੀਚਿੰਗ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦੂਗਾ, Some ਕਈਆਂ will ਨੂੰ be ਪ੍ਰੀਚਿੰਗ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦੂਗਾ। Some will be doing teachings and others preachings. ਵੱਖਰੇ ਵੱਖਰੇ ਤੋਹਫੇ ਲੇਕਿਨ ਉਦੋਂ ਆਉਂਦੇ ਨੇ ਜਦੋਂ ਤੁਸੀਂ ਆਗਿਆਕਾਰੀ ਦੇ ਵਿੱਚ ਗਾਹਾਂ ਵਧਣਾ ਸ਼ੁਰੂ ਕਰ ਦਿੰਦੇ ਹੋ। And those gifts, they only come when you go ahead in commitment. Luke chapter 16 verse 10 ਜੀ। We're going to read book of Luke chapter 16 verse 10 in Punjabi. ਹਾਂਜੀ। ਜੋ ਛੋਟੀਆਂ-ਛੋਟੀਆਂ ਗੱਲਾਂ ਵਿੱਚ ਇਮਾਨਦਾਰ ਹੈ, ਉਹ ਵੱਡੀਆਂ-ਵੱਡੀਆਂ ਗੱਲਾਂ ਵਿੱਚ ਵੀ ਇਮਾਨਦਾਰ ਹੈ, ਪਰ ਜੋ ਛੋਟੀਆਂ-ਛੋਟੀਆਂ ਗੱਲਾਂ ਵਿੱਚ ਬੇਈਮਾਨ ਹੈ, ਉਹ ਵੱਡੀਆਂ-ਵੱਡੀਆਂ ਗੱਲਾਂ ਵਿੱਚ ਵੀ ਬੇਈਮਾਨ ਹੈ। ਹਜੇ ਆਪਣੇ ਪੂਰੇ ਦਿਲ ਤੋਂ ਆਪਣਾ ਦਸਵਾਂ ਤਾਂ ਦੇ ਨਹੀਂ ਸਕਦੇ ਆਪਾਂ। Sometimes with all our heart, we are not willing to give our tithe. ਗਰੀਬ ਦੀ ਮਦਦ ਕਰਨ ਦੇ ਵਾਸਤੇ ਆਪਣਾ ਦਿਲ ਦੁਖਦਾ ਹੈ। And when we are there to help a poor person, we kind of hesitate to do that. ਛੋਟੀਆਂ ਛੋਟੀਆਂ ਚੀਜ਼ਾਂ 'ਚ ਇੱਕ ਦੂਸਰੇ ਨੂੰ ਮਾਫ ਨਹੀਂ ਕਰ ਸਕਦੇ। And in the small things, we are not willing to forgive others. ਜੇ ਛੋਟੀਆਂ ਛੋਟੀਆਂ ਚੀਜ਼ਾਂ 'ਚ ਫੇਥਫੁਲ ਹੋਵਾਂਗੇ, ਓਬੀਡੀਐਂਟ ਹੋਵਾਂਗੇ, ਤਦ ਪਰਮੇਸ਼ਰ ਵੱਡੀਆਂ ਵੱਡੀਆਂ ਚੀਜ਼ਾਂ ਵੀ ਤੁਹਾਡੇ ਸਾਹਮਣੇ ਲਿਆ ਕੇ ਰੱਖ ਦੇਗਾ ਵੀ ਲੈ ਬਰਕਤ ਲੈ ਲੈ। If we are obedient to God in small things, then God will bring big things in front of us and he will shower us with blessings. ਸਭ ਤੋਂ ਪਹਿਲੀ ਚੀਜ਼ ਜਿਹੜੇ ਪਰਮੇਸ਼ਰ ਤੇ ਤੋਂ ਮੰਗਦਾ ਆ ਉਹ ਹੈ ਪਵਿੱਤਰਤਾ। The first thing God is asking you today is holiness. ਸੇਵਾ ਤੋਂ ਵੀ ਪਹਿਲਾਂ ਪਵਿੱਤਰਤਾ ਆਉਂਦੀ ਹੈ। Even before service, holiness comes first. ਜਿੰਨੀ ਜ਼ਿਆਦਾ ਗਹਿਰੀ ਪਵਿੱਤਰਤਾ ਹੋਵੇਗੀ, ਉਨੀ ਜ਼ਿਆਦਾ ਗਹਿਰੀ ਸੇਵਾ ਹੋਵੇਗੀ। Deeper in holiness you will go, deeper the service you will have. ਜਿੰਨੀ ਜ਼ਿਆਦਾ ਗਹਿਰੀ ਸੇਵਾ ਹੋਵੇਗੀ, ਉਨੀ ਜ਼ਿਆਦਾ ਗਹਿਰੀ ਉਹਦੀ ਮੇਵਾ ਹੋਵੇਗੀ, ਯਾਨੀ ਕਿ ਬਰਕਤ ਹੋਵੇਗੀ। And bigger the service you are doing, bigger the blessing will come. ਸੇਵਾ ਤੋਂ ਬਾਅਦ ਮੇਵਾ ਆਉਂਦਾ ਆ ਪ੍ਰਭੂ ਤੇ ਭੈਣੋ। And you need to do service first, brothers and sisters, to receive the blessings. ਲੇਕਿਨ ਸੇਵਾ ਤੋਂ ਪਹਿਲਾਂ ਪਵਿੱਤਰਤਾ ਆ, ਪਵਿੱਤਰਤਾ ਜੀਵਨ। But before service, you have holiness. You need to live a holy life.
ਜਿਸ ਦੇ ਵਾਸਤੇ ਤੁਸੀਂ ਬੁਲਾਏ ਗਏ ਹੋ, ਨਿਯੁਕਤ ਕੀਤੇ ਗਏ ਹੋ। And you have been called for that, and you have been put in a place for that purpose. ਤਾਂ ਹੀ ਤੁਹਾਡਾ ਨਾਮ ਇਕਲੀਸੀਆ ਰੱਖਿਆ ਗਿਆ ਹੈ, ਬੋਡੀ ਆਫ That's why. ਕ੍ਰਾਈਸਟ ਰੱਖਿਆ ਗਿਆ, ਚਰਚ ਸੈਪਰੇਟ ਕੀਤੇ ਗਏ ਹੋ ਦੁਨੀਆ ਤੇ ਦੁਨੀਆ ਦੀ ਚੀਜ਼ਾਂ ਤੋਂ। That's why you're called a church, because you have been separated from the world and from worldly things. ਕਿ ਪਰਮੇਸ਼ਰ ਪਿਤਾ ਦਾ ਪਿਆਰ, May the love of Father, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, the mercy and grace of Lord Jesus Christ, ਪਵਿੱਤਰਤਾ, ਪਵਿੱਤਰ ਆਤਮਾ ਦੀ ਪਵਿੱਤਰਤਾ ਤੇ ਸੰਗਤੀ ਤੁਹਾਡੇ ਸਭਨਾਂ ਨਾਲ ਹੋਵੇ। the fellowship of the Holy Spirit may be with everyone. ਪਰਮੇਸ਼ਰ ਪਿਤਾ, ਮੈਂ ਬੇਨਤੀ ਕਰਦਾ ਹਾਂ ਹਰ ਇੱਕ ਭੈਣ ਭਰਾ ਦੇ ਲਈ ਕਿ ਅੱਜ ਪਰਮੇਸ਼ਰ ਪਿਤਾ ਸਾਨੂੰ ਮਾਫ ਕਰੋ ਤੇ ਪ੍ਰਭੂ ਜੀ ਅਸੀਂ ਦੁਆ ਕਰਦੇ ਹਾਂ ਕਿ ਸਾਨੂੰ ਪਵਿੱਤਰਤਾ ਦੇ ਰਾਸਤੇ ਤੇ ਚਲਾਵੋ। And today, Lord Father, we pray for everyone that you forgive us, Lord, forgive our mistakes and error, and help us to walk in a holiness, life of holiness. ਪ੍ਰਭੂ ਜੀ ਇਹ ਜਿਹੜਾ ਅਹੁਦਾ ਸਾਨੂੰ ਤੁਸੀਂ ਦਿੱਤਾ ਆ, ਪ੍ਰਭੂ ਜੀ ਅਸੀਂ ਇਸ ਦੇ ਯੋਗ ਨਹੀਂ ਸੀਗੇ, ਲੇਕਿਨ ਹੁਣ ਸਾਡੀ ਮਦਦ ਕਰੋ ਤਾਂ ਕਿ ਅਸੀਂ ਇਸ ਅਹੁਦੇ ਤੇ ਪੂਰੇ ਉਤਰ ਸਕੀਏ। Lord, we weren't privileged enough to receive this privilege that you have given us, Lord Jesus. Help us so we can actually fulfill it with your help. ਪ੍ਰਭੂ ਯਿਸੂ ਨਾਮ ਚ ਮੰਗਦੇ ਹਾਂ। In the name of Jesus, we pray. ਆਮੀਨ। Amen. 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 ਜੈ ਮਸੀਹ ਦੀ ਪ੍ਰਭੂ ਤੇ ਭੈਣੋ। God bless you, all brothers and sisters. Amen. Amen.